फेज़ 8 बी इंडस्ट्रीयल एरिया ਦੇ ਵਿੱਚ ਚੱਲ ਰਿਹਾ ਸੀਗਾ ਤੇ ਉਹਦੇ ਇੱਕ ਲੌਜਿਸਟਿਕਸ ਸੰਬੰਧੀ ਕੰਪਨੀ ਜਿਹੜੀ ਇਹਨਾਂ ਨੇ ਜਿਹੜਾ ਫੇਸ ਬਣਾਇਆ ਹੋਇਆ ਸੀਗਾ ਇਹ ਬਣਾਇਆ ਹੋਇਆ ਸੀਗਾ ਕਿ ਲੌਜਿਸਟਿਕ ਸੰਬੰਧੀ ਜਿਹੜੀ ਆਈਟੀ ਦੀ ਕੰਪਨੀ ਹੈ ਪਰ ਅਸਲ ਦੇ ਵਿੱਚ ਇਹ ਬਾਹਰ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਯੂਐਸਏ ਬੈਠੇ ਲੋਕ ਹੈ ਉਹਨਾਂ ਨੂੰ ਈਮੇਲਸ ਭੇਜਦੇ ਸੀਗੇ ਈਮੇਲਸ ਭੇਜ ਕੇ ਕਹਿੰਦੇ ਸੀ ਕਿ ਤੁਹਾਡਾ ਜਿਹੜਾ ਪੇਪਾਲ ਅਕਾਊਂਟ ਹੈ ਉਹ ਬਲੌਕ ਹੋ ਗਿਆ ਜਦੋਂ ਬਲੌਕ ਦੇ ਕੁਝ ਭੋਲੇ ਭਾਲੇ ਜਿਹੜੇ ਉੱਥੇ ਕਸਟਮਰ ਸੀਗੇ ਉਹ ਈਮੇਲ ਦੇਖ ਕੇ ਉਹਨਾਂ ਨੂੰ ਟੋਲ ਫ੍ਰੀ ਨੰਬਰ ਤੇ ਕਾਲ ਕਰਦੇ ਸੀਗੇ ਤਾਂ ਫਿਰ ਉਹਨਾਂ ਨੂੰ ਆਪਦੇ ਝਾਂਸੇ 'ਚ ਲੈ ਕੇ ਕਿਸੇ ਤੋਂ $200 ਕਿਸੇ ਤੋਂ $400 ਕਿਸੇ ਤੋਂ $500 ਉਹਨੂੰ ਜਿਹੜਾ ਅਨਬਲੌਕ ਕਰਨ ਵਾਸਤੇ ਆਪਦੇ ਖਾਤਿਆਂ ਦੇ ਵਿੱਚ ਪਵਾ ਲੈਂਦੇ ਸੀਗੇ ਜਿਹੜਾ ਇਹ 'ਚ ਕਰੀਬ ਮੰਥਲੀ ਇਹ ਕਰੀਬ 1 ਕਰੋੜ ਦੇ ਆਸ-ਪਾਸ ਇਸ ਟਾਈਪ ਦੀ ਇਹ ਠੱਗੀ ਮਾਰਦੇ ਸੀ ਤੇ ਕਾਫੀ ਮਹੀਨਿਆਂ ਤੋਂ ਹੁਣ ਇਹ ਰੈਗੂਲਰਲੀ ਕੰਮ ਚੱਲ ਰਿਹਾ ਸੀਗਾ ਇਹ ਠੱਗੀ ਦੇ ਵਿੱਚ ਅਸੀਂ ਕੁੱਲ ਜਿਹੜੇ 12 ਬੰਦੇ ਉੱਥੇ ਇਨਵੋਲਵਡ ਸੀਗੇ ਉਹ ਅਰੈਸਟ ਕੀਤੇ ਟੋਟਲ ਮਿਲਾ ਕੇ ਇੱਥੇ ਕਰੀਬ 25 ਦੇ ਆਸ-ਪਾਸ ਬੰਦੇ ਉੱਥੇ ਬੈਠਦੇ ਸੀਗੇ ਬਾਕੀਆਂ ਦਾ ਰੋਲ ਵੀ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਪਰ ਫਿਲਹਾਲ ਜਿਹੜੇ 12 ਬੰਦੇ ਇਹਦੇ ਵਿੱਚ ਇਨਵੋਲਵਡ ਸੀਗੇ ਉਹ ਅਰੈਸਟ ਕੀਤੇ ਹੈ ਜਿਹੜਾ ਇਹਦਾ ਮੇਨ ਦੋਸ਼ੀ ਹੈ ਰੋਹਿਤ ਚੇਚੀ ਪੁੱਤਰ ਮਹਿੰਦਰਪਾਲ ਹੈ ਜਿਹੜਾ ਕਿ ਮੇਨ ਇਹਦੇ ਵਿੱਚ ਇਹ ਕਾਲ ਸੈਂਟਰ ਚਲਾ ਰਿਹਾ ਸੀਗਾ ਇਹਦੇ ਨਾਲ ਕੁਝ ਜ਼ੀਰਕਪੁਰ ਤੇ ਦਿੱਲੀ ਦੇ ਬੰਦੇ ਵੀ ਇਨਵੋਲਵਡ ਸੀਗੇ ਜਿਹੜੇ ਇਹ ਈਮੇਲਸ ਭੇਜ ਕੇ ਇਹਨਾਂ ਨੂੰ ਕਾਲਸ ਜਨਰੇਟ ਕਰਕੇ ਦਿੰਦੇ ਸੀਗੇ ਜਿਹੜੇ ਉਹ ਫੋਨ ਕਾਲ ਜਿਹੜੀਆਂ ਸੀਗੀਆਂ ਉਹ ਜਨਰੇਟ ਕਰਕੇ ਦਿੰਦੇ ਸੀਗੇ ਉਹ ਜ਼ੀਰਕਪੁਰ ਦਾ ਜਿਹੜਾ ਬੰਦਾ ਹੈ ਤੁਹਾਡੇ ਪ੍ਰੈਸ ਨੋਟ ਸ਼ੈਨਿੰਗਾ ਇਹਦੇ ਵਿੱਚ ਗੌਰਵ ਸ਼ਰਮਾ ਨਾਮ ਦਾ ਬੰਦਾ ਜਿਹੜਾ ਕਿ ਜ਼ੀਰਕਪੁਰ ਦਾ ਜਿਹੜਾ ਕਿ ਜਸਟ ਹੁਣੇ ਥੋੜੀ ਦੇਰ ਪਹਿਲਾਂ ਹੀ ਅਰੈਸਟ ਕੀਤਾ ਤੇ ਉਹ ਜਿਹੜਾ ਸੀਗਾ ਉਹ ਅੱਗੇ ਯੂਪੀ ਤੇ ਦਿੱਲੀ ਦੇ ਕੁਝ ਬੰਦਿਆਂ ਤੋਂ ਇਹ ਕਾਲਸ ਖਰੀਦ ਕੇ ਇਹਨਾਂ ਨੂੰ ਦਿੰਦਾ ਸੀਗਾ ਹੁਣ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਾਂਗੇ ਤੇ ਛੇਤੀ ਉਹਨਾਂ ਦਾ ਵੀ ਜਿਹੜਾ ਅਰੈਸਟ ਹੈ ਉਹ ਕੀਤਾ ਜਾਏਗਾ ਇਹ ਜਿਹੜੇ ਪੇਪੈਲ ਅਕਾਊਂਟ ਦੀ ਈਮੇਲਸ ਦੇ ਰਿਗਾਰਡਿੰਗ ਵੀ ਭੇਜਦੇ ਸੀ ਪਲੱਸ ਇਹ ਗੂਗਲ ਦੇ ਥਰੂ ਵੀ ਕੈਂਪੇਨ ਕਰਦੇ ਸੀਗੇ ਗੂਗਲ ਦੇ ਥਰੂ ਵੀ ਆਪਦੀ ਐਡਵਰਟਾਈਜ਼ਮੈਂਟ ਦੇ ਕੇ ਕੈਂਪੇਨ ਕਰਦੇ ਸੀਗੇ ਤੇ ਉਹਦੇ ਤੋਂ ਵੀ ਜਿਹੜੇ ਕਸਟਮਰਸ ਨੂੰ ਇਹ ਲਿਓਰ ਕਰਦੇ ਸੀ ਆਪਦੇ ਝਾਂਸੇ ਦੇ ਵਿੱਚ ਤੇ ਇਹਦੇ ਵਿੱਚ ਇਹ ਖਾਸ ਤੌਰ ਤੇ ਜਿਹੜੇ 올ਡ ਕਸਟਮਰ ਸੀਗੇ ਜਿਹੜੇ ਟੈਕਨੋਲੋਜੀਕਲੀ ਬਹੁਤ ਜ਼ਿਆਦਾ ਸੈਵੀ ਨਹੀਂ ਹੁੰਦੇਗੇ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀ ਸਰ ਕਿੰਨੇ ਦਿਨਾਂ ਤੋਂ ਇਹ ਕੰਮ ਕਰ ਰਹੇ ਸੀ ਕਿ ਇਹਨਾਂ ਦੀ ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਇਹ ਜਿਵੇਂ ਕਿ ਮੈਂ ਦੱਸਿਆ ਇਹ ਕਾਫੀ ਮਹੀਨਿਆਂ ਤੋਂ ਇਹ ਕੰਮ ਜਿਹੜਾ ਹੈਗੇ ਚੱਲ ਰਿਹਾ ਸੀਗਾ ਤੇ ਇਹ ਜਿਹੜਾ ਮੋਡਸ ਆਪਰੈਂਡੀ ਇਹੀ ਸੀ ਕਿ ਈਮੇਲਸ ਭੇਜਦੇ ਸੀਗੇ ਈਮੇਲਸ ਭੇਜ ਕੇ ਇਹ ਕਹਿੰਦੇ ਕਿ ਪੇਪੈਲ ਅਕਾਊਂਟ ਤੁਹਾਡਾ ਬਲੌਕ ਹੋ ਗਿਆ ਉਹ ਜਦੋਂ ਬੰਦੇ ਨੂੰ ਲੱਗਦਾ ਸੀ ਮੇਰਾ ਅਕਾਊਂਟ ਬਲੌਕ ਹੋ ਗਿਆ ਉਹ ਇਹਨਾਂ ਦੇ ਟੋਲ ਫ੍ਰੀ ਨੰਬਰ ਤੇ ਕਾਲ ਕਰਦਾ ਸੀਗਾ ਤੇ ਇਹ ਉਹਨਾਂ ਦਾ ਬੇਵਕੂਫ ਬਣਾ ਕੇ ਤੇ ਕਰੀਬ 200 ਤੋਂ 400 ਤੋਂ $500 ਜਿਹੜੇ ਸੀਗੇ ਪਰ ਅਕਾਊਂਟ ਇਹ ਉਹਨਾਂ ਤੋਂ ਲੈ ਲੈਂਦੇ ਸੀ ਸਰ ਗੌਰਵ ਸ਼ਰਮਾ ਵਾਲਾ ਰੋਲ ਥੋੜਾ ਐਲੈਬੋਰੇਟ ਕਰ ਦਿਓ ਗੂਗਲ ਤੇ ਐਡ ਕਿੱਦਾਂ ਹੀ ਫਲੋਟ ਕਰਦੇ ਸੀ ਜਿਹੜਾ ਇਹ ਬੇਸਿਕਲੀ ਈਮੇਲ ਇਹਨਾਂ ਦਾ ਪੂਰਾ ਨੈਟਵਰਕ ਹੈ ਜਿਹੜਾ ਕਿ ਮੁਹਾਲੀ ਜ਼ੀਰਕਪੁਰ ਦਿੱਲੀ ਯੂਪੀ ਇਹ ਉਧਰਲੇ ਪੂਸੇ ਸਾਰੇ ਕਨੈਕਟਡ ਹੈਗੇ ਜਿਹੜੇ ਈਮੇਲਸ ਭੇਜਣ ਵਾਲਾ ਕੰਮ ਹੈ ਦਿੱਲੀ ਵਾਲੇ ਬੰਦੇ ਕਰਦੇ ਸੀਗੇ ਜਿਹੜੀ ਕਾਲ ਜਨਰੇਟ ਹੁੰਦੀ ਸੀ ਕਾਲ ਇੱਥੇ ਮੁਹਾਲੀ ਕਾਲ ਸੈਂਟਰ ਆਉਂਦੀ ਸੀਗੀ ਫਿਰ ਇਹ ਆਪਦੀਆਂ ਗੱਲਾਂ 'ਚ ਇਹਨਾਂ ਦੀ ਪੂਰਾ ਇੱਕ ਸਿਸਟਮ ਬਣਿਆ ਹੋਇਆ ਸੀਗਾ ਕਿ ਕਸਟਮਰ ਨੂੰ ਕੀ ਗੱਲ ਕਹਿਣੀ ਹੈ ਇਹ ਉਸ ਦੇ ਤਹਿਤ ਜਿਹੜਾ ਹੈਗਾ ਇਹ ਉਹਨੂੰ ਬੇਵਕੂਫ ਬਣਾਉਂਦੇ ਸੀ ਇਹ ਸਾਨੂੰ ਇੱਕ ਇਨਫੋਰਮੇਸ਼ਨ ਸੀਗੀ ਅਸੀਂ ਰੈਗੂਲਰਲੀ ਵਿਜ਼ਿਟ ਜਿਹੜੇ ਕਾਲ ਸੈਂਟਰਸ ਜਿਹੜੇ ਸੀਗੇ ਉਹ ਸਾਨੂੰ ਰੈਗੂਲਰਲੀ ਕੁਝ ਇਨਫੋਰਮੇਸ਼ਨ ਆ ਰਹੀ ਹੈ ਇਨਫੈਕਟ ਸਾਨੂੰ ਹੋਰ ਵੀ ਇੱਕ ਦੋ ਹੈਗੇ ਇਹਦੇ ਰਿਗਾਰਡਿੰਗ ਇਨਫੋਰਮੇਸ਼ਨ ਕਿ ਕੁਝ ਹੋਰ ਵੀ ਇਸ ਟਾਈਪ ਦੇ ਕਾਲ ਸੈਂਟਰਸ ਚੱਲ ਰਹੇ ਹੈ ਤੇ ਇਨਫੋਰਮੇਸ਼ਨ ਜੋ ਸੀਗੀ ਅਸੀਂ ਉਹਨੂੰ ਮੈਚਿਓਰ ਜਦੋਂ ਕੀਤਾ ਤੇ ਸਾਨੂੰ ਇੱਥੇ ਪਤਾ ਲੱਗਿਆ ਕਿ ਇਸ ਜਿਹੜੀ ਲੋਕੇਸ਼ਨ ਹੈ ਇੱਥੇ ਇਹ ਚੱਲਦਾ ਪਿਆ ਸਰ ਤੁਸੀਂ ਦੱਸਿਆ ਕੋਈ ਅਗੇਂਸਟ ਐਫਆਈਆਰ ਦਰਜ ਵਗੈਰਾ ਸੀ ਕੋਈ ਇੱਕ ਹਾਂਜੀ ਕੋਈ ਹੋਰ ਵੀ ਇਹਨਾਂ ਦੇ ਅਗੇਂਸਟ ਕੋਈ ਐਫਆਈਆਰ ਦਰਜ ਸੀ ਜਾਂ ਕੋਈ ਹੋਰ ਕ੍ਰਿਮੀਨਲ ਨਹੀਂ ਇਹਨਾਂ ਦਾ ਫਿਲਹਾਲ ਸਾਨੂੰ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਨਹੀਂ ਆਇਆ ਇਨਫੈਕਟ ਜਿਹੜੇ ਮੇਨ 3-4 ਬੰਦੇ ਆ ਉਹਨਾਂ ਤੋਂ ਇਲਾਵਾ ਜਿਹੜੇ ਸੀਗੇ ਉਹ ਤਾਂ ਲਾਲਚ ਦੇ ਵਸ਼ ਹੋ ਕੇ ਇਹੀ ਕੰਮ ਕਰ ਰਹੇ ਸੀਗੇ ਉਹ ਇਹਨਾਂ ਨੂੰ ਜਿਹੜੇ 3-4 ਬੰਦੇ ਰੋਹਿਤ ਚੇਚੀ ਯੁਵਰਾਜ ਬਾਰੇ ਹੈਗੇ ਆ ਉਹਨਾਂ ਦੇ ਕਹੇ ਤੋਂ ਹੀ ਇਹ ਸਾਰਾ ਕੰਮ ਚਲਾ ਰਹੇ ਸੀ ਜਿਹੜਾ ਇੱਕ ਕੰਪਨੀਜ਼ ਦਾ ਡਾਟਾ ਦੀ ਗੱਲ ਕਰਦੇ ਆ ਜਿਨ੍ਹਾਂ ਡਾਟਾ ਦੇ ਉੱਤੇ ਈਮੇਲ ਭੇਜਦੇ ਸੀਗੇ ਉਹ ਡਾਟਾ ਕਿਹੜੀ ਕੰਪਨੀਜ਼ ਤੋਂ ਚੋਰੀ ਕੀਤੇ ਜਾਂਦੇ ਸੀ ਕੀ ਉਹ ਡਾਟਾ ਜਿਹੜਾ ਸੀਗਾ ਤੁਸੀਂ ਕਹਿ ਰਹੇ ਹੋ ਕਿ ਯੂਪੀ ਤੇ ਦਿੱਲੀ ਤੋਂ ਅਰੇਂਜ ਹੁੰਦਾ ਸੀ ਕਿ ਕੰਪਨੀ ਦੇ ਤੋਂ ਚੋਰੀ ਹੁੰਦਾ ਸੀਗਾ ਜਾਂ ਫਿਰ ਇਹ ਕਿ ਤੋਂ ਆਪ ਅਰੇਂਜ ਕਰਦੇ ਸੀ ਕੋਈ ਪੁਰਾਣੀਆਂ ਕੰਪਨੀਆਂ ਫਲੋਟ ਕਰਕੇ ਇਕੱਠਾ ਕੀਤਾ ਸੀ ਉਸ ਦਾ ਕੁਝ ਪਤਾ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਪਰ ਇਹ ਜਦੋਂ ਯੂਪੀ ਤੇ ਦਿੱਲੀ ਵਾਲੇ ਬੰਦੇ ਆਣਗੇ ਕਿਉਂਕਿ ਈਮੇਲ ਜਿਹੜੇ ਅਰੇਂਜ ਕਰਦੇ ਸੀ ਉਹ ਕਰਕੇ ਦਿੰਦੇ ਸੀਗੇ ਇਹ ਉਹਨਾਂ ਤੋਂ ਸਾਰੀ ਗੱਲ ਕਲੀਅਰ ਹੋਏਗੀ ਇਹ ਕਰੀਬ ਤੁਸੀਂ ਸਾਲ ਕ ਲਾ ਲਓ ਇਹਨਾਂ ਨੂੰ ਕਰਦਿਆਂ ਨੂੰ 8-10 ਮਹੀਨੇ ਦਾ ਕਿੰਨਾ ਐਗਜ਼ੈਕਟ ਟਾਈਮ ਹੋਇਆ ਬਿਲਕੁਲ ਸਹੀ ਅਰਾਊਂਡ 1 ਈਅਰ ਹੋ ਗਿਆ ਇਹਨਾਂ ਨੂੰ ਕਰਦਿਆਂ ਨੂੰ ਤਾਂ ਤੁਸੀਂ 8 ਤੋਂ 12 ਕਰੋੜ ਤਾਂ ਕਰ ਹੀ ਚੁੱਕੇ ਹੈ ਇਹ ਕਾਲ ਸੈਂਟਰ ਹੀ ਚਲਾਉਂਦਾ ਸੀਗਾ ਇਹ ਪਹਿਲਾਂ ਜੋ ਹੈ ਜੀ ਚੰਡੀਗੜ੍ਹ ਦਾ ਤਾਂ ਕੋਈ ਲਿੰਕ ਹੈ ਨਹੀਂ ਚੰਡੀਗੜ੍ਹ ਦਾ ਕੋਈ ਲਿੰਕ ਨਹੀਂ ਕਿ ਸਰ ਇਦਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਟੈਕ ਸੈਵੀਜ਼ ਜਿਹਨੂੰ ਕਹਿੰਦੇ ਆ ਕਿ ਜਿਹੜੇ ਟੈਕਨੀਕਲਿਟੀ ਕਾਲਸ ਕਰਦੇ ਨੇ ਯੂਐਸ ਦੇ ਵਿੱਚ ਕਈ ਵਾਰੀ ਵੀਡੀਓਜ਼ ਯੂਐਸ ਤੋਂ ਸਾਹਮਣੇ ਆਉਂਦੀਆਂ ਨੇ ਕਿ ਅਸੀਂ ਤੁਹਾਡੇ ਟੈਕ ਸੈਵੀਜ਼ ਬੋਲ ਰਹੇ ਹਾਂ ਟੈਕਨੀਸ਼ੀਅਨਸ ਬੋਲ ਰਹੇ ਹਾਂ ਉੱਦਾਂ ਦੇ ਕਾਲ ਸੈਂਟਰਸ ਵੀ ਪੰਜਾਬ ਦੇ ਵਿੱਚ ਜਾਂ ਮੋਹਾਲੀ ਵਿੱਚ ਬਹੁਤ ਜ਼ਿਆਦਾ ਹੱਲੇ ਵੀ ਚੱਲ ਰਹੇ ਆ
ਉਹਨਾਂ ਨੂੰ ਕਿਸ ਤਰੀਕੇ ਨਕੇਲ ਪਈ ਹੋ, ਕਿਉਂਕਿ ਕਿਤੇ ਨਾ ਕਿਤੇ ਇਹ ਰਾਹ ਜਿਹੜਾ ਹੈ ਉਸੇ ਤਰੀਕੇ ਦਾ ਹੀ ਹੈ, ਕਰਦੇ ਕੁਝ ਵੀ ਨਹੀਂ ਪਰ ਉਹਨਾਂ ਤੋਂ ਡਾਲਰਸ ਐਂਟਰੇ ਜਾਂਦੇ ਆ। ਇਹ ਦੇਖੋ ਜਿਹੜਾ ਕਾਲ ਸੈਂਟਰ ਬਿਜ਼ਨਸ ਹੈ ਉਹ ਇੱਕ ਜੈਨੂਇਨ ਬਿਜ਼ਨਸ ਹੈ ਜੀ ਇਹ ਤਾਂ ਕਾਲ ਸੈਂਟਰ ਦੇ ਨਾਮ ਤੇ ਠੱਗੀ ਮਾਰਨ ਦਾ ਬਿਜ਼ਨਸ ਹੈ ਨਹੀਂ, ਇਦਾਂ ਦੇ ਹੋਰ ਬਹੁਤ ਸਾਰੇ ਸਰ ਹੱਲੇ ਵੀ ਹਾਂ ਤਾਂ ਬਲਕਿ ਬਿਲਕੁਲ ਤੇ ਸਹੀ ਗੱਲ ਹੈ ਤੁਹਾਡੇ ਮਾਧਿਅਮ ਤੋਂ ਮੈਂ ਇਹ ਸਾਰਿਆਂ ਨੂੰ ਸੁਚੇਤ ਵੀ ਕਰਨਾ ਚਾਹੂੰਗਾ ਵਾਰਨਿੰਗ ਵੀ ਦੇਣਾ ਚਾਹੂੰਗਾ ਕਿ ਜਿਹੜੇ ਵੀ ਕਾਲ ਸੈਂਟਰਸ ਜੈਨੂਇਨ ਚੱਲ ਰਹੇ ਹੈ ਉਹ ਬਿਲਕੁਲ ਪੁਲਿਸ ਤੇ ਸਰਕਾਰ ਉਹਨਾਂ ਦੇ ਨਾਲ ਹੈ ਪਰ ਜਿਹੜੇ ਇਹ ਕਾਲ ਸੈਂਟਰ ਦੇ ਨਾਮ ਤੇ ਠੱਗੀਆਂ ਮਾਰ ਰਹੇ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅੱਗੇ ਵੀ ਕੀਤੀ ਜਾਏਗੀ ਤਾਂ ਇਹ ਇਸ ਚੀਜ਼ ਤੋਂ ਗਰੇਜ ਕਰਨ ਤੇ ਜੇ ਇਹ ਜੋ ਕੋਈ ਕੰਮ ਕਰ ਰਿਹਾ ਤਾਂ ਬੰਦ ਕਰ ਦੇ ਬਿਲਕੁਲ ਹੀ ਸਰ ਇਹਦੇ ਵਿੱਚ ਇੱਕ ਪੇਮੈਂਟ ਗੇਟਵੇ ਦਾ ਵੀ ਇਸ਼ੂ ਹੁੰਦਾ ਹੈ ਕਿ ਉਹ ਪੇਮੈਂਟ ਗੇਟਵੇ ਨੂੰ ਤੁਸੀਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੇ ਗੇਟਵੇ ਰਾਹੀਂ ਜਿਹੜੇ ਡਾਲਰਸ ਨੂੰ ਇੰਡੀਆ 'ਚ ਕਨਵਰਟ ਕਰਦੇ ਸੀ? ਬਿਲਕੁਲ ਜੀ ਇਹ ਜਿਹੜਾ ਤੁਸੀਂ ਬਿਲਕੁਲ ਵੈਲਿਡ ਪੁਆਇੰਟ ਆਪਣਾ ਮਿਸ ਪੁਆਇੰਟ ਰਹਿ ਗਿਆ ਸੀ ਇਹ ਡਿਸਕਸ ਜਿਹੜਾ ਡਿਸਕਸ ਕਰਨਾ ਰਹਿ ਗਿਆ ਸੀਗਾ ਇਹ ਜਿਹੜੇ ਅਮਰੀਕਾ ਦੇ ਅਕਾਊਂਟਸ ਦੇ ਵਿੱਚ ਪੈਸੇ ਪਾਉਂਦੇ ਸੀਗੇ ਸਾਰੇ ਇਹ ਹੁਣ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਅਮਰੀਕਾ ਦੇ ਅਕਾਊਂਟਸ ਦੇ ਵਿੱਚੋਂ ਇੱਥੇ ਜਿਹੜਾ ਰੋਹਿਤ ਚੇਚੀ ਹੈ ਇਹਦੇ ਕੋਲ ਜਿਵੇਂ ਪੈਸੇ ਆਉਂਦੇ ਸੀਗੇ ਉਹ ਕਿਸ ਹਿਸਾਬ ਨਾਲ ਆਉਂਦੇ ਸੀਗੇ ਐਜ਼ ਆਫ ਨਾਓ ਇਹਦੇ ਅਕਾਊਂਟ 'ਚ ਡਾਇਰੈਕਟਲੀ ਪੈਸੇ ਆਏ ਹੋਏ ਆ ਤਾਂ ਦੇਰ ਇਜ਼ ਅ ਪੋਸੀਬਿਲਿਟੀ ਕਿ ਹਵਾਲਾ ਵਾਲੀ ਗੱਲ ਵੀ ਹੋਵੇ ਪਰ ਹਜੇ ਤੱਕ ਸਾਡੇ ਕੋਲੋਂ ਸਾਹਮਣੇ ਨਹੀਂ ਆਈ ਹੈ ਹਜੇ ਤੱਕ ਇਹਦੇ ਅਕਾਊਂਟ ਡਾਇਰੈਕਟਲੀ ਪੈਸੇ ਆਉਂਦੇ ਸੀ ਜਿਹੜੇ ਪੈਸੇ ਪਾਉਂਦੇ ਸੀ ਯੂਐਸ ਦੇ ਅਕਾਊਂਟਾਂ ਦੇ ਵਿੱਚ ਪਾਉਂਦੇ ਸੀਗੇ ਤਾਂ ਜਿਹੜੇ ਯੂਐਸ ਦੇ ਕੁਝ ਇਹਦੇ ਬੰਦੇ ਹੈਗੇ ਉਹ ਵੀ ਇਹਦੇ ਵਿੱਚ ਮਿਲੇ ਹੋਏ ਆ ਇਹਨਾਂ ਦੇ ਨਾਲ ਇਸ ਦਾ ਮੇਨ ਗੂਗਲ ਤੇ ਐਡ ਕਿੰਨੇ ਦਿੰਦੇ ਸੀ ਸਰ ਕਿਸ ਤਰੀਕੇ ਦੀ ਗੂਗਲ ਦੀ ਐਡ ਕੀ ਹੁੰਦੀ ਬੇਸਿਕਲੀ ਗੂਗਲ ਦਾ ਐਡ ਇਹ ਡਿਫਰੈਂਟ ਮੋਡਸ ਆਪਰੈਂਡੀ ਹੈ ਜਿਹੜਾ ਮੇਨ ਇਹਨਾਂ ਦਾ ਪੇਪਾਲ ਵਾਲਾ ਜਿਹੜਾ ਸਾਡੇ ਸਾਹਮਣੇ ਆਇਆ ਇੱਕ ਹੋਰ ਜਿਵੇਂ ਗੂਗਲ ਦੇ ਉੱਤੇ ਐਡ ਦੇ ਦਿੰਦੇ ਆ ਕਿ ਜੇ ਕਿਸੇ ਦਾ ਕੋਈ ਕੰਪਿਊਟਰ ਖਰਾਬ ਹੋ ਗਿਆ ਜਾਂ ਕੋਈ ਕੰਪਿਊਟਰ ਦੇ ਵਿੱਚ ਕੋਈ ਬੱਗ ਆ ਗਿਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਜੈਨੂਇਨ ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀ ਹੈ ਇਹ ਨਾਰਮਲੀ ਆਪਣੇ ਬਹੁਤ ਸਾਰੇ ਜਿਹੜੇ ਯੰਗ ਹਾਊਸਸ ਕਰਦੇ ਆ ਪੌਪਅਪਸ ਜਿਹੜੇ ਹੈਗੇ ਉਹ ਕਰਦੇ ਆ ਇਹ ਪਰ ਇਹ ਉਹਦੀ ਆੜ ਦੇ ਵਿੱਚ ਵੀ ਇਹ ਉਹਨਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਪੈਸੇ ਪਵਾਉਂਦੇ ਸੀ ਪਹਿਲਾਂ ਤੇ ਉਸ ਤੋਂ ਬਾਅਦ ਕੋਈ ਸਰਵਿਸ ਨਹੀਂ ਪ੍ਰੋਵਾਈਡ ਕਰਦੇ ਸੀ ਇਸ ਤਰੀਕੇ ਜਿਹੜੇ ਕੰਪਿਊਟਰ ਸੈਟ 12 ਮੋਬਾਈਲ ਫੋਨ ਇਹਨਾਂ ਤੋਂ ਕੋਈ ਡਾਟਾ ਰਿਕਵਰ ਹੋਇਆ ਇਹ ਸਾਰੇ ਸਾਡੇ ਐਵੀਡੈਂਸ ਵਾਸਤੇ ਰੱਖੇ ਹੋਏ ਹੈ ਮੋਬਾਈਲਸ ਜਿਹੜਾ ਕੰਪਿਊਟਰ ਜਿਹੜਾ ਈਮੇਲਸ ਵਾਲੀ ਸਾਰਾ ਮੋਡਸ ਆਪਰੈਂਡੀ ਹੈ ਸਾਰੇ ਕੰਪਿਊਟਰਸ ਤੋਂ ਹੀ ਸਾਨੂੰ ਪਤਾ ਲੱਗਿਆ ਇੱਕ ਸਰ ਵੱਡਾ ਸਵਾਲ ਇਸ ਦੇ ਵਿੱਚ ਫਿਰ ਮੈਂ ਗੇਟਵੇ ਨੂੰ ਲੈ ਕੇ ਪੁੱਛਾਂ ਕਿਉਂਕਿ ਇਹ ਗੇਟਵੇ ਕਿਹੜੀ ਕੰਟਰੀ ਦੇ ਯੂਜ਼ ਕਰਦੇ ਸੀ ਕੁਝ ਉਹਦਾ ਪਤਾ ਲੱਗ ਪਾਇਆ ਕਿ ਇਹ ਤੁਸੀਂ ਅਕਾਊਂਟ ਵਿੱਚ ਵੀ ਜਿਹਦੇ ਟ੍ਰਾਂਸਫਰ ਹੋਈ ਸੀ ਬਟ ਕਿਉਂਕਿ ਜਿਹੜੇ ਗੇਟਵੇ ਇਸਤੇਮਾਲ ਕੀਤੇ ਜਾਂਦੇ ਨੇ ਕਈ ਵਾਰੀ ਸਿੰਗਾਪੁਰ ਜਾਂ ਹੋਰ ਕੰਟਰੀਜ਼ ਦੇ ਨਹੀਂ ਤੁਸੀਂ ਉਧਰ ਗੇਟਵੇ ਵਾਲੇ ਪਾਸੇ ਲੈ ਕੇ ਰਹੋ ਦਿਸ ਇਜ਼ ਨਾਟ ਐਨ ਆਨਲਾਈਨ ਟ੍ਰਾਂਜੈਕਸ਼ਨ ਇਹ ਪ੍ਰੋਪਰ ਫਿਜ਼ੀਕਲ ਟ੍ਰਾਂਜੈਕਸ਼ਨ ਹੋਈ ਹੈ ਆਨਲਾਈਨ ਸਿਰਫ ਉਹ ਈਮੇਲ ਭੇਜਦੇ ਸੀਗੇ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਆਪਾਂ ਆਨਲਾਈਨ ਈਮੇਲ ਭੇਜਦੇ ਸੀਗੇ ਉਸ ਤੋਂ ਬਾਅਦ ਟੈਲੀਫੋਨ ਤੇ ਬੰਦੇ ਨਾਲ ਗੱਲ ਕਰਦੇ ਸੀਗੇ ਉਹਨੂੰ ਫੋਨ ਤੇ ਗੱਲ ਕਰਕੇ ਉਹਨੂੰ ਉਸ ਹਿਸਾਬ ਨਾਲ ਬੇਵਕੂਫ ਬਣਾਉਂਦੇ ਸੀ ਕਿ ਸਾਡੇ ਐਕਸ ਅਮਾਉਂਟ ਦੇ ਵਿੱਚ ਐਕਸ ਅਕਾਊਂਟ ਦੇ ਵਿੱਚ ਤੁਸੀਂ ਇਹ ਪੈਸੇ ਜਿਹੜੇ ਟ੍ਰਾਂਸਫਰ ਕਰ ਦਿਓ ਤਾਂ ਇਹ ਚ ਗੇਟਵੇ ਦਾ ਅਦਰਵਾਈਜ਼ ਇਹਦਾ ਗੇਟਵੇ ਦਾ ਇਹ ਚ ਕੋਈ ਲੈਣਾ ਦੇਣਾ ਨਹੀਂ ਜਿਹੜਾ ਆਨਲਾਈਨ ਪੇਮੈਂਟ ਗੇਟਵੇ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਡਾਇਰੈਕਟ ਟ੍ਰਾਂਸਫਰ ਕਰਦੇ ਸੀ ਨਹੀਂ ਉਹਦਾ ਕੋਈ ਰਿਲੇਸ਼ਨ ਨਹੀਂ ਹੈ ਇਹਦੇ ਵਿੱਚ ਸਰ ਇਹ ਸਾਰੇ ਪੰਜਾਬ ਦੇ ਨੇ ਜਾਂ ਫਿਰ ਅਲੱਗ-ਅਲੱਗ ਥਾਵਾਂ ਤੋਂ ਨੇ ਤੇ ਇਹ ਖਾਸ ਤੌਰ ਤੇ ਕਿ ਦਫ਼ਤਰ ਬਣਾ ਕੇ ਚੰਡੀਗੜ੍ਹ ਮੋਹਾਲੀ ਜਾਂ ਹੋਰ ਥਾਂ ਤੇ ਕੰਮ ਕਰਦੇ ਸੀ ਇਹ ਮੋਸਟਲੀ ਦੇਖੋ ਫਿਲਹਾਲ ਵਾਸੀ ਤਾਂ ਮੋਹਾਲੀ ਦੇ ਨੇ ਪਿੱਛੋਂ ਇਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈਗਾ ਵੱਖਰਾ ਵੱਖਰਾ ਜ਼ਰੂਰ ਹੈ ਸਰ ਏਜ ਕਿੰਨੀ ਏਜ ਕੈਟਾਗਰੀ ਕੀ ਹੈ ਇਹ ਤਾਂ ਯੰਗ ਹੀ ਨੇ ਸਾਰੇ ਮਤਲਬ ਮੇਨਲੀ 20s ਲੇਟ 20s 30s ਦੇ ਵਿੱਚ ਨੇ ਸਾਰੇ ਟੈਕੀਜ਼ ਆਲ ਟੈਕੀਜ਼ ਅੱਛਾ ਜੀ ਹਾਂਜੀ ਬਿਕਾਜ਼ ਲੀਜ਼ ਜਿਹੜੇ ਮੇਨ ਜਿਹੜੇ ਬੰਦੇ ਹੈਗੇ ਆ ਦੇ ਆਰ ਆਲ ਟੈਕੀਜ਼ ਕੋਈ ਪ੍ਰੋਮਿਨੈਂਟ ਇਹਨਾਂ ਚੋਂ ਦੋ ਕਿੰਨਿਆਂ ਨੇ ਰਿਮਾਂਡ ਤੇ ਉਹਨਾਂ ਤਿੰਨਿਆਂ ਨੇ ਰਿਮਾਂਡ ਤੇ ਆ ਬਾਕੀ ਸਾਰੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਰੋਹਿਤ ਚੇਚੀ ਜਿਹੜੇ ਮੇਨ ਹੈ ਫਸਟ 3 ਜਿਹੜੇ ਆ ਯੁਵਰਾਜ ਸਲਾਰੀਆ ਦਵਿੰਦਰ ਕੁਮਾਰ ਤੇ ਰੋਹਿਤ ਰੀਸੈਂਟਲੀ ਪਾਸਡ ਆਊਟ ਹੈ ਕਿਦਾਂ ਕੋਈ ਅੰਦਰ ਦੀ ਇੰਸਟੀਟਿਊਸ਼ਨ ਰਹੀ ਨੇ ਡਿਟੇਲਸ ਤੁਹਾਨੂੰ ਚੈੱਕ ਕਰਕੇ ਸਾਰੀ ਦੱਸ ਦਿੰਦੇ ਤੇ ਸਰ ਹੁਣ ਹੋ ਗਿਆ ਕਿ ਸਰ ਦੂਜਾ ਹੁਣ ਏਡੀਜੀਪੀ ਵਾਲਾ ਦੱਸ ਦਿਓ ਇੱਕ ਮਾਮਲਾ ਜਿਹੜਾ ਆਇਆ ਸੀਗਾ ਨਦੀ ਦਾ ਸਾਡੇ ਕੋਲ ਇੱਕ ਮੈਟਰ ਧਿਆਨ ਦੇ ਵਿੱਚ ਆਇਆ ਕਿ ਕਿਸੇ ਇੱਕ ਬਿਜ਼ਨਸਮੈਨ ਦੇ ਨਾਲ ਬੇਸਿਕਲੀ ਉਹ ਟਰੈਵਲ ਏਜੰਟ ਸੀਗਾ ਉਹਦੇ ਨਾਲ ਕੋਈ ਬੰਦਾ ਕਾਲ ਕਰਕੇ ਕਹਿੰਦਾ ਹੈ ਕਿ ਮੈਂ ਏਡੀਜੀਪੀ ਬੋਲ ਰਿਹਾ ਕਿਸੇ ਡਿਫਰੈਂਟ ਸਟੇਟ ਤੋਂ ਤੇ ਹੈਲਪ ਦੀ ਜ਼ਰੂਰਤ ਹੈ ਤਾਂ ਉਸ ਦੇ ਤਹਿਤ ਉਹ ਜਿਹੜਾ ਏਜੰਟ ਸੀਗਾ ਉਹਨੇ ਉਹਦੇ ਅਕਾਊਂਟ ਦੇ ਵਿੱਚ ਜਿਹੜੀ ਉਹਦੀ ਟਿਕਟਸ ਵਗੈਰਾ ਬੁੱਕ ਕਰਾਉਣੀ ਸੀ ਟਿਕਟਸ ਬੁੱਕ ਕਰਾਈਆਂ ਪਲੱਸ ਕੁਝ ਆਨਲਾਈਨ ਗਿਫਟਸ ਜਿਹੜੇ ਆਣੇ ਸੀਗੇ ਉਹਦੀ ਪੇਮੈਂਟ ਕੀਤੀ ਤਾਂ ਉਸ ਦੇ ਰਿਗਾਰਡਿੰਗ ਜਿਵੇਂ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਅਸੀਂ ਇਮੀਡੀਏਟਲੀ ਐਫਆਈਆਰ ਰਜਿਸਟਰ ਕੀਤੀ ਤੇ ਇਹ ਮ੍ਰਿਣਾਂਕ ਨਾਮ ਦਾ ਬੰਦਾ ਹੈ ਜਿਹਨੂੰ ਅਰੈਸਟ ਕੀਤਾ ਹੈ ਤੇ ਉਹਦੇ ਨਾਲ ਉਹਦਾ ਇੱਕ ਸਾਥੀ ਵੀ ਹੈ ਜਿਹੜਾ ਮੇਨ ਜਿਹੜਾ ਇਹਦੇ ਚ ਕਿੰਗ ਪਿਨ ਹੈ ਮ੍ਰਿਣਾਂਕ ਹੈ ਹਜੇ ਪ੍ਰੀਲਿਮਿਨਰੀ ਬਹੁਤ ਹੀ ਪੁੱਛਗਿੱਛ ਉਹਦੀ ਚੱਲਦੀ ਪਈ ਹੈ ਪ੍ਰੀਲਿਮਿਨਰੀ ਪੁੱਛਗਿੱਛ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹਨੇ ਕਰੀਬ 1.5 ਕਰੋੜ ਦੀ ਠੱਗੀ ਜਿਹੜੀ ਹੈਗੀ ਹੈ ਕਿਸੇ ਫੇਮਸ ਕ੍ਰਿਕਟਰ ਦੇ ਨਾਲ ਵੀ ਮਾਰੀ ਹੈ ਉਹ ਡਿਟੇਲਸ ਹਜੇ ਅਸੀਂ ਵੈਰੀਫਾਈ ਕਰਨੀ ਹੈ ਇਸ ਕਰਕੇ ਮੈਂ ਤੁਹਾਨੂੰ ਨਾਮ ਸ਼ੇਅਰ ਨਹੀਂ ਕਰ ਰਿਹਾ ਉਹਦੇ ਤਾਂ ਇੱਕ ਉਹ ਵੀ ਇਹਨੇ 1.5 ਕਰੋੜ ਦੀ ਠੱਗੀ ਮਾਰੀ ਹੈ ਇਨਫੈਕਟ ਇਹਦੇ ਉਸ ਠੱਗੀ ਦੀ ਐਫਆਈਆਰ ਵੀ ਹੈਗੀ ਹੈ ਤੇ ਇਹ ਉਦੋਂ ਬੇਲ ਤੇ ਆਇਆ ਹੋਇਆ ਸੀਗਾ ਤੇ ਦੁਬਾਰਾ ਫਿਰ ਇਹ ਗਲਤ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਕੇ
ਜਿਹੜੇ ਭੋਲੇ ਭਾਲੇ ਬਿਜ਼ਨਸਮੈਨ ਆ ਉਹਨਾਂ ਨਾਲ ਠੱਗੀ ਮਾਰ ਸਰ ਇਹ ਜਿਹੜਾ ਅਕਿਊਜ਼ਡ ਹੈ ਇਹਦੀ ਮੁੰਬਈ 'ਚ ਵੀ FIR ਦਰਜ ਹੈਗੀ ਹੈ। ਹਮ ਉਹੀ ਕਹਿ ਰਹੇ ਸੀ ਕਿ ਹੋਰ FIR ਮੁੰਬਈ 'ਚ ਹੀ ਦਰਜ ਹੈ ਉਹਦੇ ਵਿੱਚ FIR। ਤੇ ਸਰ ਇਹ ਕਿੰਨੇ ਦਿਨਾਂ ਤੋਂ ਠੱਗੀ ਹੁਣ ਤੱਕ ਦੀ ਡਿਊਰਿੰਗ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਕਿ ਬੜੇ ਲੋਕਾਂ ਦਾ ਜਿਹੜੇ ਵੀ ADGP ਦਾ ਨਾਂ ਲਿਆ ਉਹ ਚੰਡੀਗੜ੍ਹ ਸੀਗੇ, ਲੇਕਿਨ ਹੁਣ ਲੱਗਿਆ ਕੁਝ ਪਤਾ ਕਿ ਕਿਸ ਤਰ੍ਹਾਂ ਇਹ ਕਰਦਾ ਸੀਗਾ, ਸਿਰਫ ਲੋਕਾਂ ਨਾਲ ਠੱਗੀ ਕਰਨ ਵਾਸਤੇ ਯੂਜ਼ ਕਰਦਾ ਸੀ ਜਾਂ ਹੋਰ ਵੀ ਕਿਸ ਤਰ੍ਹਾਂ ਦਾ? ਨਹੀਂ, ਇਹ ਮੇਨਲੀ ਬੇਸਿਕਲੀ ਲੋਕਾਂ ਨਾਲ ਠੱਗੀ ਕਰਨ ਵਾਸਤੇ ਹੀ ਯੂਜ਼ ਕਰ ਰਿਹਾ ਸੀ ਐਜ਼ ਆਫ ਨਾਓ। ਤਾਂ ਇਹ ਇਹਦਾ ਲੈਵਿਸ਼ ਲਾਈਫ ਸਟਾਈਲ ਸੀਗਾ, ਕਲੱਬਿੰਗ ਕਰਨਾ, ਇੱਧਰ ਉੱਧਰ ਘੁੰਮਣਾ ਫਿਰਨਾ, ਮਹਿੰਗੀਆਂ ਚੀਜ਼ਾਂ ਪਾਣਾ, ਇਹ ਉਸੇ ਚੀਜ਼ ਨੂੰ ਆਪਣੇ ਫੰਡ ਕਰ ਰਿਹਾ ਸੀਗਾ। ਐਜ਼ ਆਫ ਨਾਓ ਸਾਨੂੰ ਇਹੀ ਚੀਜ਼ ਸਾਹਮਣੇ ਆਈ। ਸਰ ਇਹ ਇਕੱਲਾ ਫੋਨ ਦੇ ਜ਼ਰੀਏ ਹੀ ਕਰ ਰਿਹਾ ਸੀ ਜਾਂ ਮੀਟਿੰਗ ਵੀ ਕਰ ਰਿਹਾ ਸੀ? ਓਨਲੀ ਫੋਨ, ਨੋ ਮੀਟਿੰਗ। ਇਨਫੈਕਟ ਜਲੰਧਰ ਦੇ ਵਿੱਚ ਵੀ ਇਹ ਕਰੀਬ 6 ਲੱਖ ਰੁਪਏ ਦੀ ਠੱਗੀ ਮਾਰ ਕੇ ਆਇਆ, ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਡਿਟੇਲਸ। ਕਿ ਸਰ ਡਿਊਰਿੰਗ ਇਨਵੈਸਟੀਗੇਸ਼ਨ ਆਇਆ ਕਿ ਫੋਨ ਤੇ ਹੀ ਕਿਸ ਤਰ੍ਹਾਂ ਕਿਸੇ ਵੀ ਬਿਜ਼ਨਸਮੈਨ ਨੂੰ ਆਪਣੀ ਸਾਈਟ ਤਾਂ ਇਹ ਬਲਕਿ ਬੜਾ ਅੱਛਾ ਤੁਸੀਂ ਸਵਾਲ ਪੁੱਛਿਆ। ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਇਹ ਜਿਹੜਾ ਫੋਨ ਤੇ ਤੁਹਾਨੂੰ ਕੋਈ ਵੀ ਕਹਿ ਦਿੰਦਾ ਹੈ ਕਿ ਅਸੀਂ ਫਲਾਣੇ ਬੰਦੇ ਬੋਲਦੇ ਆ ਜਾਂ ਕੋਈ ਵੀ ਕਰਦੇ ਆ, ਤਾਂ ਉਹਨੂੰ ਕਾਈਂਡਲੀ ਵੈਰੀਫਾਈ ਕਰ ਲਓ, ਠੀਕ ਹੈ। ਤੇ ਜੋ ਆਪਦਾ ਤੁਸੀਂ ਜੈਨੂਇਨ ਹੈ ਉਹੀ ਚੀਜ਼ ਕਰੋ, ਕਿਸੇ ਨੂੰ ਫਰੀਬੀਜ਼ ਵਗੈਰਾ ਇਸ ਟਾਈਪ ਦੀ ਕੋਈ ਦੇਣ ਦੀ ਜ਼ਰੂਰਤ ਨਹੀਂ ਹੈ। ਤੇ ਸਰ ਇਨਵੈਸਟੀਗੇਸ਼ਨ 'ਚ ਕੀ ਰਿਕਵਰ ਕੀ ਹੋਇਆ ਹੁਣ ਤੱਕ ਜੇ ਆਪਾਂ ਗੱਲ ਕਰੀਏ? ਇਹ ਹਜੇ ਤੱਕ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ, ਡਿਟੇਲਡ ਰਿਕਵਰੀ ਹੋਏਗੀ। ਇਨਫੈਕਟ ਇਹ 'ਚ ਹੋਰ ਵੀ ਕਾਫੀ ਇਹਨਾਂ ਦੀ ਠੱਗੀਆਂ ਜਿਹੜੀਆਂ ਨੇ ਮਾਰੀਆਂ ਉਹ ਵੀ ਸਾਹਮਣੇ ਆਉਣ ਦੀ ਉਮੀਦ ਹੈ। ਸਰ ਕਿੱਥੋਂ ਅਰੈਸਟ ਕੀਤਾ ਸੀ? ਇਹ ਪੰਚਕੂਲੇ ਤੋਂ ਅਰੈਸਟ ਕੀਤਾ ਗਿਆ, ਪੰਚਕੂਲੇ, ਬਲਕਿ ਇਹਨੂੰ ਕਲੱਬ 'ਚੋਂ ਹੀ ਅਰੈਸਟ ਕੀਤਾ ਪੰਚਕੂਲੇ। ਸਰ ਦੋਨੋਂ ਸੇਮ ਦੋਨੋਂ ਮੇਨ ਇੱਕੋ ਹੀ ਬੰਦਾ ਹੈ, ਦੂਸਰਾ ਉਹਦਾ ਸਾਥੀ ਹੈ, ਉਹਦੀ ਹਜੇ ਵੈਰੀਫਿਕੇਸ਼ਨ ਕਰ ਰਹੇ ਹਾਂ ਉਹਦੇ ਕੀ ਰੋਲ ਹੈ। ਠੀਕ ਹੈ ਸਰ। ਮਾਨਯੋਗ CM ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ DGP ਸਾਹਿਬ ਦੀਆਂ ਡਾਇਰੈਕਸ਼ਨਸ ਅੰਡਰ ਅੱਜ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਰੀਬ 8 ਥਾਵਾਂ ਤੇ ਕਾਸੋ ਆਪਰੇਸ਼ਨ, ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ। ਇਹ ਐਂਟੀ ਡਰੱਗ ਆਪਰੇਸ਼ਨ ਸੀਗਾ। ਇਹ ਸਾਰੀਆਂ ਜਿਹੜੀਆਂ ਲੋਕੇਸ਼ਨਸ ਹੈ ਅਸੀਂ ਆਪਦੀ ਇਨਫੋਰਮੇਸ਼ਨ ਦੇ ਆਧਾਰ ਤੇ ਪਲੱਸ STF ਦੇ ਨਾਲ ਕੋਆਰਡੀਨੇਸ਼ਨ ਕਰਕੇ ਇਹ ਲੋਕੇਸ਼ਨਸ ਡਿਸਾਈਡ ਕੀਤੀਆਂ। ਇਹ 8 ਲੋਕੇਸ਼ਨਸ ਤੇ ਰੇਡ ਕਰਕੇ ਇਹਨਾਂ ਨੂੰ ਘੇਰ ਕੇ ਇਹਨਾਂ ਦੀ ਤਲਾਸ਼ੀ ਲਿੱਤੀ ਗਈ। ਇਸ ਆਪਰੇਸ਼ਨ ਦੌਰਾਨ ਸਾਡਾ ਇਹਦਾ ਮੁੱਖ ਮਕਸਦ ਇਹ ਸੀਗਾ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਿਟੀ ਜਿਹੜੀ ਆਵੇ ਕਿ ਪੁਲਿਸ ਨਸ਼ਿਆਂ ਦੇ ਖਿਲਾਫ ਬਿਲਕੁਲ ਤਤਪਰ ਹੈ ਅਤੇ ਜਿਹੜਾ ਮਾੜਾ ਅਨਸਰ ਹੈ ਉਹ ਜਿਹੜਾ ਇਲਾਕੇ ਹੈਗੇ ਇਹਨਾਂ ਨੂੰ ਛੱਡ ਕੇ ਭੱਜ ਜਾਵੇ ਜਾਂ ਉਹਦੇ ਖਿਲਾਫ ਕਾਰਵਾਈ ਹੋ ਜਾਵੇ। ਤਾਂ ਇਸ ਆਪਰੇਸ਼ਨ ਦੌਰਾਨ ਕਰੀਬ ਤਿੰਨ ਲੋਕੇਸ਼ਨਸ ਦੇ ਵਿੱਚੋਂ ਸਾਨੂੰ ਜ਼ੀਰਕਪੁਰ ਤੇ ਖਰੜ, ਇਹਦੇ ਵਿੱਚੋਂ ਸਾਨੂੰ 3 ਅਲੱਗ-ਅਲੱਗ ਜਗ੍ਹਾ ਤੋਂ ਹੈਰੋਇਨ, ਗਾਂਜਾ ਤੇ ਸੁਲਫਾ ਜਿਹੜਾ ਬਰਾਮਦ ਹੋਇਆ ਤੇ ਜਿਹਦੇ ਰਿਗਾਰਡਿੰਗ 3 FIRs ਜਿਹੜੀਆਂ ਦਰਜ ਕੀਤੀਆਂ ਜਾ ਰਹੀਆਂ ਨੇ। ਉਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੀ ਟੈਲੈਂਟ ਵੈਰੀਫਿਕੇਸ਼ਨ ਡਰਾਈਵ ਵੀ ਜਿਹੜੀ ਚੱਲਦੀ ਪਈ ਹੈ। ਮੈਂ ਮੋਹਾਲੀ ਪੁਲਿਸ ਵੱਲੋਂ ਵੀ, ਪੰਜਾਬ ਪੁਲਿਸ ਸਾਰੇ ਵੱਲੋਂ ਵਾਰ-ਵਾਰ ਇਹ ਰਿਕੁਐਸਟ ਕੀਤੀ ਜਾਂਦੀ ਹੈ ਕਿ ਸਾਰੀ ਟੈਲੈਂਟ ਵੈਰੀਫਿਕੇਸ਼ਨ ਕਰਾਓ। 144 ਦੇ ਆਰਡਰਸ ਵੀ ਇਹਦੇ ਰਿਗਾਰਡਿੰਗ ਹੋਏ ਹੋਏ ਨੇ। ਉਹਦੇ ਰਿਗਾਰਡਿੰਗ ਵੀ ਸਾਨੂੰ 2 PGs ਇਹੋ ਜਿਹੇ ਮਿਲੇ ਜਿੱਥੇ ਟੈਲੈਂਟ ਵੈਰੀਫਿਕੇਸ਼ਨ ਨਹੀਂ ਹੋਈ ਸੀ, ਤਾਂ ਉੱਥੇ ਅਸੀਂ 188 ਦੇ ਤਹਿਤ FIR ਦਰਜ ਕਰ ਰਹੇ ਹਾਂ। ਇਸ ਮੁਹਿੰਮ ਦੇ ਦੌਰਾਨ ਹੀ ਸਾਨੂੰ ਬਹੁਤ ਅੱਛਾ ਜਿਹੜਾ ਸਹਿਯੋਗ ਹੈ ਸਭ ਲੋਕਾਂ ਵੱਲੋਂ ਮਿਲਿਆ ਹੈ ਕਿ 14 ਜਿਹੜੇ ਪੰਚਾਇਤਾਂ ਹੈਗੀਆਂ ਉਹਨਾਂ ਨੇ ਮਤੇ ਵੀ ਪਾ ਦਿੱਤੇ ਇਹਦੇ ਰਿਗਾਰਡਿੰਗ ਕਿ ਨਸ਼ਿਆਂ ਦੇ ਖਿਲਾਫ ਉਹ ਪੂਰਾ ਸਾਡੇ ਨਾਲ ਡਟ ਕੇ ਖੜੇ ਨੇ। ਕੋਈ ਵੀ ਜਿਹੜਾ ਕੋਈ ਨਸ਼ਾ ਕਰਦਾ ਹੈ ਤਾਂ ਉਹ ਉਹਦਾ ਇਲਾਜ ਕਰਾਉਣਗੇ ਤੇ ਜਿਹੜਾ ਕੋਈ ਨਸ਼ਾ ਵੇਚਦਾ ਹੈ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕਰਨਗੇ ਤੇ ਸਾਡਾ ਸਾਥ ਦੇਣਗੇ ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ। ਇਹ ਅੱਗੇ ਵੀ ਇਹ ਅਸੀਂ ਰੈਗੂਲਰਲੀ ਪੰਚਾਇਤਾਂ ਨਾਲ ਤੇ ਜਿਹੜੀ ਕਮੇਟੀਜ਼ ਹੈ ਉਹਨਾਂ ਨਾਲ ਟਾਈ ਅਪ ਕਰਦੇ ਰਹਾਂਗੇ ਤਾਂ ਕਿ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਉਹ ਅੱਗੇ ਅਸੀਂ